ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਣ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨਾ ਸਿਮਰਾ ਅੰਗਦ ਦੁਖ ਨਿਕੰਦਨਾ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਗੁਰ ਰਾਮਦਾਸ ਗੁਣ ਗਾਵੋ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਦਸ਼ਣਾ ਕੁਲੇ ਨਿਜ ਆਸਿਖ ਕੋ ਦੇ ਬਹੁ। ਉਮਰ ਬਿਲੰਦ ਹੋਏ ਸੁੰਦਰ ਸੁਨੰਦ ਕੀ। ਕਰਤੇ ਸਤੁਤੇ ਆਪੇ ਆਪਣੇ ਸਦਨ ਗਏ। ਪ੍ਰੀਤੀ ਕੋ ਭੋਜਨ ਅਚਾਇਓ ਸੰਗ ਬ੍ਰਿੰਦ ਕੀ। ਪਰਮ ਸਨਮਾਨਯੋਗ ਸਤਿਗੁਰੂ ਚਬਰ ਛਤਰ ਤਖਤ ਤੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸ਼ਣਾ ਕੁਲੇ ਦਿਜ ਅਸਿਖ ਕੋ ਦੇ ਬਹੁ। ਉਮਰ ਬਿਲੰਦ ਹੋਏ ਸੁੰਦਰ ਸੁਨੰਦ ਕੀ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ ਪਿਛਲੇ ਪ੍ਰਕਰਨਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ, ਧੰਨ ਹਰਗੋਬਿੰਦ ਸਿੰਘ ਮਹਾਰਾਜ ਜੀ 3 ਸਾਲ ਦੀ ਆਰਬਲਾ ਹੋਈ ਔਰ ਮਾਤਾ ਗੰਗਾ ਜੀ ਨੇ ਅਰਦਾਸ ਬੇਨਤੀ ਕੀਤੀ, ਸਤਿਗੁਰੂ ਜੀ 3 ਸਾਲ ਦੇ ਪੁੱਤਰ ਹੋ ਗਏ ਨੇ ਔਰ ਜੇ ਅਸੀਂ ਵੱਡਾ ਲੰਗਰ ਲਾਈਏ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਬੜੇ ਖੁਸ਼ ਹੋ ਕੇ ਕਿਹਾ ਕਿ ਚਲੋ ਪੁੰਨ ਦਾ ਕੰਮ ਹੈ, ਲੰਗਰ ਲਾਇਆ ਗਿਆ। ਬਹੁਤ ਸਾਰੇ ਜਿਹੜੇ ਬ੍ਰਾਹਮਣ ਵੀ ਉੱਥੇ ਆਏ ਨੇ, ਕੁਝ ਜਾਚਕ ਮੰਗਣ ਵਾਲੇ ਵੀ ਆਏ ਨੇ। ਤੇ ਕਵੀ ਸੰਤੋਖ ਸਿੰਘ ਜੀ ਅੱਗੇ ਲਿਖਦੇ ਨੇ, ਲੰਗਰ ਛਕ ਛਕ ਜਿੱਥੇ ਸਾਰੇ ਅਸੀਸਾਂ ਦਿੰਦੇ ਨੇ, ਉੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੇ ਮੰਗਣ ਵਾਲੇ ਨੇ ਉਹਨਾਂ ਨੂੰ ਇੱਕ ਇੱਕ ਚਾਂਦੀ ਦਾ ਸਿੱਕਾ ਵੀ ਦਿੱਤਾ ਹੈ ਕਿ ਦਸ਼ਰਾ ਲੈ ਕੇ, ਇਹ ਦਾਨ ਲੈ ਕੇ ਉਹ ਫਿਰ ਅਸੀਸਾਂ ਦਿੰਦੇ ਨੇ ਕਿ ਸਤਿਗੁਰੂ ਜੀ ਆਪ ਜੀ ਦੇ ਬਾਲਕ ਦੀ ਲੰਬੀ ਉਮਰ ਹੋਵੇ। ਕਰਤੇ ਸਤੁਤੇ ਆਪੇ ਆਪਣੇ ਸਦਨ ਗਏ। ਪ੍ਰੀਤੀ ਕੋ ਭੋਜਨ ਅਚਾਇਓ ਸੰਗ ਬ੍ਰਿੰਦ ਕੀ। ਕਹਿੰਦੇ ਉਹ ਸਾਰੇ ਧੰਨ ਗੁਰੂ ਅਰਜਨ ਦੇਵ ਜੀ ਦੀ ਸਿਫਤ ਉਸਤਤ ਕਰਦੇ ਹੋਏ ਆਪਾਂ ਆਪਣੇ ਘਰਾਂ ਨੂੰ ਚਲੇ ਗਏ। ਔਰ ਬਾਕੀ ਸਾਰਿਆਂ ਦੇ ਵਾਂਗ ਪ੍ਰੀਤੀ ਚੰਦ ਨੂੰ ਭੋਜਨ ਛਕਾਇਆ ਗਿਆ। ਕਰਮ ਕੋ ਸਾਦਰ ਆਹਾਰ ਦੇਨੋ ਭਾਂਤ ਭਾਂਤ। ਉੱਪਰ ਪ੍ਰਸੰਨ ਰੀਤ ਕਪਟ ਬਿਲੰਦ ਕੀ। ਕਹਿੰਦੇ ਬੀਬੀ ਕਰਮੋ ਨੂੰ ਵੀ ਗੰਗਾ ਮਾਤਾ ਗੰਗਾ ਜੀ ਦੀ ਜਠਾਣੀ ਨੂੰ ਵੀ ਭੋਜਨ ਛਕਾਇਆ ਹੈ, ਭਾਂਤ ਭਾਂਤ ਦਾ ਬੜੇ ਸਤਿਕਾਰ ਨਾਲ ਛਕਾਇਆ। ਔਰ ਉੱਤੋਂ ਉੱਤੋਂ ਜਿਹੜੀ ਬੀਬੀ ਕਰਮੋ ਹੈ ਉੱਤੋਂ ਉੱਤੋਂ ਵਿਖਾਉਂਦੀ ਬੜੀ ਪ੍ਰਸੰਨ ਹੈ, ਪਰ ਅੰਦਰ ਨਿੱਤ ਦੀ ਤਰ੍ਹਾਂ ਉਹ ਕਪਟ ਹੈ, ਅੰਦਰ ਉਹ ਜ਼ਹਿਰ ਹੈ। ਮਹਾਦੇਵ ਮਹਾਮੋਦ ਸ੍ਰੀ ਹਰ ਗੋਬਿੰਦ ਗੋਦ ਅਚਕੈ। ਅਚਕੈ ਅਸਨ ਕੋ ਮ੍ਰਿਜਾਦ ਜੁਮ ਬਿਲੰਦ ਕੀ। ਪਰ ਕਹਿੰਦੇ ਬਾਬਾ ਮਹਾਦੇਵ ਜੀ ਭੋਜਨ ਉਹਨਾਂ ਨੇ ਵੀ ਛਕਿਆ ਹੈ, ਪਰ ਬਾਬਾ ਮਹਾਦੇਵ ਜੀ ਜਿਹੜੇ ਨੇ ਉਹ ਬੜੇ ਪ੍ਰਸੰਨ ਨੇ ਕਿ ਖੁਸ਼ੀ ਦੇ ਵਿੱਚ ਆ ਕੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਗੋਦੀ ਵਿੱਚ ਚੁੱਕਦੇ ਨੇ। ਔਰ ਫਿਰ ਵੱਡਿਆਂ ਵਾਲੀ ਜਿਹੜੀ ਮਰਿਆਦਾ ਹੈ, ਤਾਇਆ ਹੈ, ਉਹ ਵੱਡਿਆਂ ਵਾਲੀ ਮਰਿਆਦਾ ਵੀ ਨਿਭਾਉਂਦੇ ਨੇ ਔਰ ਧੰਨ ਹਰਗੋਬਿੰਦ ਸਾਹਿਬ ਜੀ ਨੂੰ ਬੜੀਆਂ ਅਸੀਸਾਂ ਦਿੰਦੇ ਨੇ। ਦੋਹਰਾ ਮਹਾਦੇਵ ਗੁਰਦੇਵ ਸੁਤ ਅਹਿਮੇਵ ਜਿਸ ਨਾਹੇ। ਗੁਰਤਾ ਗੁਰ ਨਿਜ ਅਨੁਜ ਕੀ ਪਿੱਖ ਪ੍ਰਸੰਨ ਮਨ ਮਾਹੇ।
ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਿਉਂਕਿ ਮਹਾਦੇਵ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਪੁੱਤਰ ਨੇ। ਜਿੱਥੇ ਪ੍ਰਿਥੀਆ ਗੁਰੂ ਅਰਜਨ ਦੇਵ ਜੀ ਦੀ ਗੁਰਤਾ ਗੱਦੀ ਤੋਂ ਬਹੁਤਾ ਦੁਖੀ ਹੈ, ਉੱਥੇ ਬਾਬਾ ਮਹਾਦੇਵ ਜੀ ਛੋਟੇ ਭਰਾ ਨੂੰ ਗੁਰਤਾ ਗੱਦੀ ਮਿਲੀ ਹੋਈ ਵੇਖ ਕੇ ਬੜੇ ਪ੍ਰਸੰਨ ਨੇ, ਖੁਸ਼ ਨੇ, ਕਿਉਂਕਿ ਗੁਰੂ ਪਿਤਾ ਦੀ ਦਾਤ ਹੈ। ਔਰ ਜੇ ਇਹਨਾਂ ਤੇ ਪ੍ਰਸੰਨ ਹੋਏ ਨੇ, ਇਹਨਾਂ ਨੂੰ ਮਿਲੀ ਹੈ। ਔਰ ਕਹਿੰਦੇ ਨੇ ਉਹ ਬਾਬਾ ਮਹਾਦੇਵ ਜਿਨ੍ਹਾਂ ਦੇ ਵਿੱਚ ਹੰਕਾਰ ਲੇਸ਼ ਮਾਤਰ ਨਹੀਂ। ਨੰਦਨ ਆਪਨ ਮਨਿੰਦ ਲਖ, ਹਰ ਗੋਬਿੰਦ ਸੁਖ ਕੰਦ। ਔਰ ਬਾਬਾ ਮਹਾਦੇਵ ਜੀ ਨੇ ਧੰਨ ਹਰਗੋਬਿੰਦ ਸਾਹਿਬ ਜੀ ਨੂੰ ਜੇ ਗੋਦ ਦੇ ਵਿੱਚ ਚੁੱਕਿਆ ਹੈ, ਤੇ ਕੇਵਲ ਭਤੀਜਾ ਹੀ ਜਾਣ ਕੇ ਨਹੀਂ, ਆਪਣੇ ਪੁੱਤਰ ਵਰਗਾ ਹੀ ਜਾਣ ਕੇ ਚੁੱਕਿਆ ਹੈ ਕਿ ਭਰਾ ਦਾ ਪੁੱਤਰ ਕੀ ਤੇ ਮੇਰਾ ਪੁੱਤਰ ਕੀ। ਭਾਵੇਂ ਆਪ ਜੀ ਜਾਣਦੇ ਹੋ, ਮਹਾਦੇਵ ਜੀ ਉਹਨਾਂ ਨੇ ਆਨੰਦ ਕਾਰਜ ਜੀ ਨਹੀਂ ਸੀ ਕਰਵਾਇਆ, ਪਰ ਆਪਣੇ ਪੁੱਤਰ ਦੇ ਵਾਂਗੂ ਪਿਆਰ ਕਰਦੇ ਨੇ। ਧਰਤੇ ਆਨੰਦ ਬਿਲੰਦ ਕੋ ਪਿੱਖ, ਚਕੌਰ ਜਿਮ ਚੰਦ। ਕਹਿੰਦੇ ਬਾਬਾ ਮਹਾਦੇਵ ਜੀ ਹਰਗੋਬਿੰਦ ਸਾਹਿਬ ਨੂੰ ਗੋਦ ਵਿੱਚ ਚੁੱਕ ਕੇ ਇੰਨੇ ਪ੍ਰਸੰਨ ਨੇ, ਔਰ ਇੱਕ ਟੱਕ ਕਿੰਨਾ ਸਮਾਂ ਚਿਹਰੇ ਨੂੰ ਵੇਖਦੇ ਰਹਿੰਦੇ ਨੇ, ਜਿਵੇਂ ਚੰਦ ਚਕੋਰ ਨੂੰ ਵੇਖਦੀ ਹੈ, ਜਿਵੇਂ ਚਕੋਰ ਚੰਦ ਨੂੰ ਵੇਖਦੀ ਹੈ। ਸੋ ਰਿਠਾ ਹਿਰਦੇ ਮੁਦਤ ਅਤ ਹੋਏ ਅਧਿਕ, ਮੁਦਤ ਕਰ ਅਨੁਜ ਕੋ। ਜਸ ਬਿਸਰਿਤ ਸੋਏ ਸਤਨ ਗਇਓ, ਨਰ ਸੰਗ ਕੁਸ਼। ਕਹਿੰਦੇ ਬਾਬਾ ਮਹਾਦੇਵ ਜੀ ਬੜੇ ਪ੍ਰਸੰਨ ਨੇ ਆਪਣੇ ਛੋਟੇ ਭਰਾ ਨੂੰ ਗੁਰਤਾ ਗੱਦੀ ਤੇ ਬੈਠਾ ਵੇਖ ਕੇ, ਤੇ ਛੋਟੇ ਭਰਾ ਨੂੰ ਖੁਸ਼ ਹੁੰਦੇ ਵੇਖ ਕੇ ਬਾਬਾ ਮਹਾਦੇਵ ਵੀ ਖੁਸ਼ ਨੇ। ਔਰ ਇਹ ਸਾਰਾ ਕੁਝ ਦੇਖ ਕੇ ਖੁਸ਼ੀ ਮਨਾ ਕੇ ਬਾਬਾ ਮਹਾਦੇਵ ਜੀ ਘਰ ਨੂੰ ਚਲੇ ਗਏ ਨੇ। ਔਰ ਬਾਬਾ ਮਹਾਦੇਵ ਜੀ ਦੇ ਨਾਲ ਕੁਝ ਲੋਕ ਸਨ ਜਿਹੜੇ ਉਹਨਾਂ ਦੇ ਚੇਲੇ ਕਹਿ ਲਈਏ, ਉਹਨਾਂ ਦੇ ਸੇਵਾਦਾਰ ਕਹਿ ਲਈਏ, ਉਹ ਨਾਲ ਰਹਿੰਦੇ ਸਨ, ਉਹ ਵੀ ਨਾਲ ਚਲੇ ਗਏ। ਸੁਣ ਸੁਣ ਆਵਤ ਧਾਏ ਸਗਰੇ ਨਾਰ, ਗੁਰ ਨਗਰ ਕੇ। ਕਹਿੰਦੇ ਇਹ ਜਿੱਥੇ ਜਿੱਥੇ ਦੂਰ ਦੂਰ ਤੱਕ ਲੋਕਾਂ ਨੇ ਸੁਣਿਆ ਕਿ ਅੱਜ ਗੁਰੂ ਕੀ ਨਗਰੀ ਦੇ ਵਿੱਚ ਬੜਾ ਵੱਡਾ ਲੰਗਰ ਹੈ, ਸੁਣ ਸੁਣ ਕੇ ਧਾ ਕੇ ਭੱਜ ਭੱਜ ਕੇ ਛੇਤੀ ਦੇ ਨਾਲ ਅੰਮ੍ਰਿਤਸਰ ਪਹੁੰਚਦੇ ਨੇ। ਬਾਂਛਤ ਭੋਜਨ ਖਾਏ ਕਰਤ, ਸਤੁਤ ਗਮਨੇ ਸਦਨ। ਕਿਉਂਕਿ ਲੰਗਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਿਆ। ਆਉਂਦੇ ਨੇ, ਭੋਜਨ ਛਕਦੇ ਨੇ, ਔਰ ਭੋਜਨ ਅੱਜ ਕਈ ਤਰ੍ਹਾਂ ਦਾ ਬਣਿਆ ਹੈ। ਭੋਜਨ ਛਕ ਕੇ ਜਿੱਥੇ ਖੁਸ਼ ਹੁੰਦੇ ਨੇ, ਉੱਥੇ ਧੰਨ ਗੁਰੂ ਅਰਜਨ ਦੇਵ ਜੀ ਦੀ ਉਸਤਤ ਕਰਦੇ ਨੇ। ਔਰ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਹੋਏ ਘਰਾਂ ਨੂੰ ਜਾਂਦੇ ਨੇ। ਬਾਜੇ ਬਜੇ ਵਿਸਾਲ, ਅੰਮ੍ਰਿਤ ਵੇਲਾ ਹੋਤੇ ਹੀ। ਸੰਧਿਆ ਲਗ ਸੁਖ ਨਾਲ, ਲਘੂ ਧੁੰਦਬਸ ਨਫੀਰ ਗਨ। ਕਹਿੰਦੇ ਹਰਿਮੰਦਰ ਸਾਹਿਬ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਜਿਹੜੇ ਵਾਜੇ ਵੱਜਣੇ ਉਹ ਸ਼ੁਰੂ ਹੋ ਜਾਂਦੇ ਨੇ। ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ। ਔਰ ਫਿਰ ਇਹ ਕੀਰਤਨ ਕਹਿੰਦੇ ਸੰਧਿਆ ਲਗ ਸੁਖ ਨਾਲ, ਲਘੂ ਧੁੰਦਬ ਨਫੀਰ ਗਨ। ਇਹ ਸ਼ਾਮ ਤੱਕ, ਰਾਤ ਦੇ ਪਹਿਲੇ ਪੈਰ ਤੱਕ ਇਹ ਕੀਰਤਨ ਚੱਲਦਾ ਹੀ ਹੈ। ਇਹ ਕਦੇ ਵਾਜੇ ਵੱਜਦੇ ਨੇ, ਕਦੇ ਛੋਟੇ ਛੋਟੇ ਧੁੰਦਪੀਆਂ ਵੱਜਦੀਆਂ ਨੇ, ਕਈ ਤਰ੍ਹਾਂ ਦੇ ਸਾਜ਼ ਨੇ ਕਿ ਜਿਹੜੇ ਸਾਰਾ ਦਿਨ ਵੱਜਦੇ ਨੇ। ਮਚੇ ਕੁਲਾਹਲ ਜਾਲ, ਸੈਲਤ ਜਸ ਸਤਿਗੁਰ ਮਹਿਤ। ਲੈਨੋ ਦੇਨ ਵਿਸਾਲ ਹੋਤ, ਗੁਰੂ ਦਰਬਾਰ ਮਹਿ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਸ ਬਹੁਤ ਪਹਿਲੇ ਗੁਰੂ ਘਰ ਦੇ ਵਿੱਚ, ਗੁਰੂ ਦਰਬਾਰ ਦੇ ਵਿੱਚ ਵੱਡਾ ਲੈਣ ਦੇਣ ਹੁੰਦਾ ਹੈ, ਕਿਉਂਕਿ ਬਹੁਤ ਵੱਡਾ ਲੰਗਰ ਹਰ ਰੋਜ਼ ਹੀ ਚੱਲਦਾ ਹੈ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਇਹ ਅਧਿਆਇ ਖਤਮ ਕੀਤਾ ਹੈ। ਅਗਲਾ ਅਧਿਆਇ ਨੰਬਰ 12ਵਾਂ ਫਿਰ ਸ਼ੁਰੂ ਕਰਦੇ ਲਿਖ ਰਹੇ ਨੇ। ਦੋਹਰਾ ਆਤ ਉਤਸਾਹ ਬਿਲੋਕ ਕੈ, ਕਰਮੋ ਦਿਲ ਦਿਲਗੀਰ। ਨਰ ਨਾਰਣ ਤੇ ਸੁਣਤ ਜਸ, ਮਨੋਰਿਦਾ ਦੇ ਚੀਰ। ਹੁਣ ਗੁਰੂ ਘਰ ਵਿੱਚ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੁਸ਼ੀਆਂ ਮਨਾਈਆਂ ਗਈਆਂ ਇਸ ਕਰਕੇ ਕਿ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹ 3 ਸਾਲਾਂ ਦੇ ਹੋ ਗਏ ਨੇ। ਜਿੰਨੀਆਂ ਵੱਡੀਆਂ ਇੱਥੇ ਖੁਸ਼ੀਆਂ ਮਨਾਈਆਂ ਗਈਆਂ ਨੇ, ਕਰਮੋਂ ਦੇ ਅੰਦਰ ਓਨਾ ਹੀ ਵੱਡਾ ਜਿਵੇਂ ਸੋਗ ਪੈ ਗਿਆ ਹੈ। ਅੰਦਰ ਜਿਹੜਾ ਹਿਰਦਾ ਹੈ ਉਹ ਗਮਸੀਨ ਹੋ ਗਿਆ, ਅੰਦਰ ਗਮ ਹੀ ਲੱਗ ਗਿਆ ਕਿ ਇਸਤਰੀਆਂ ਤੋਂ, ਪੁਰਸ਼ਾਂ ਤੋਂ, ਲੋਕਾਂ ਤੋਂ ਗੁਰੂ ਸਾਹਿਬ ਦੇ ਜਸ ਸੁਣ ਸੁਣ ਕੇ ਇਵੇਂ ਲੱਗਦਾ ਹੈ
कि जिवें गुरु घर की सिफत नहीं सुनाते मैनू तीर ही मारते हो। पादड़ी छंद बजयंत पौर बाजे विशाल, सुनियंत श्रवण तब है बेहाल। गुरु घर दे विच अमृत वेले तो वाजे वजदे ने, खुशियां हुंदियां ने, और जिवें जिवें आवाज़ कर्मों किते सुनदी उनके अंदर इवें लगता कि सूलां चुभदियां ने, वो दुखी हुंदी है। बस चले नहीं संकट महान, मन गिनत गटे किम बिगन ठान। पर क्योंकि कर्मों का वस नहीं चलता, दुखी होने तो बिना होर कुछ कर नहीं सकती, पर गिनतियां मिनतियां करती है कि किवें कोई दाल लगे, किवें किसी न किसी इन्हां दी खुशियां दे विच मैं बिगड़ पावां, इन्हां खुशियां नूं किते ना किते मैं रोकां। और सलिया मोह किम किन सजाए, श्री हर गोविंद जिम काल खाए। क्योंकि अंदर की सोच इन्हें शुरू तो लैके बनी हुई है, हिरदे विच इन्नी अंदर सूलां चुभदियां ने, हर वेले सोचदी है कर्मों कि किवें श्री हर गोविंद जिम काल खाए, इन्हां नूं किवें काल खा जाए, किवें मौत आ जाए, वो किहड़ा समा बने। तब आनंद उदहे रित करत होए, नत मृतक तुल हम जीण जोए। हुण कर्म इन्नी अंदरों माड़े खोटे कर्म करती है, सोचती है कि जदों तक इन्हां नूं मौत नहीं आउंदी, ये इत्थों दुनिया तो चले नहीं जाते, उदों तक साडे अंदर आनंद कित्थे। ते जे इन्हां नूं मौत नहीं आउंदी, असीं तां जिउंदे मरिਆਂ दे बराबर हां, साडे पल्ले कुछ नहीं। नित करत महा मंगल सोचार, बहु दरबे आए भर ले भंडार। उरे कल्ले कर्मों की कहानी नहीं, बहुते आम लोगों की कहानी है। अपने कोल भावें बड़ा भी कुछ होवे ना, पर किते भावें सक्का भरा ही होवे, उनके कोल ज़्यादा आउण लग जाए, ज़्यादा कमाउण लग जाए, तो इवें देर का किते ना किते फिर अंदर आई जाती है, और बहुतियां दी आउंदी है। और खिमा करना ये उदों भी सी अज भी है। कर्मां नूं दुख कोई नहीं, पर दुख इस करके हुंदे कि देखो इन्हां दे घर हर वेले रौनकां, रोज़ ही खुशियां मनाउंदे ने, इन्हां दे घर रोज़ ही इन्नी इन्नी भेटा हुंदी है। लघु थान हमो ते पे महान, सुत पयो चंद सम लख जहान। और कर्मों ये सोच सोच के दुखी होंगे साडे तो छोटी थां ते ने, पर इन्हां दी वडियाई साडे तो किते वड्डी है। साडे तो छोटी थां ते ने, असीं सोचने से इन्हां दे घर औलाद ही कोई नहीं होनी, पर रब ने तो इन्हां दे घर पुत्र भी दिता, तो पुत्र भी आम नहीं। चंद वर्गा पुत्र है, बड़ा जोधा बलवान है, हड्ड पैर भी खुले ने। मंगल करंत गंगा आनंद, श्री हर गोबिंद जिस शोभनंद। और कर्मों जिहड़ी अपनियां दासियां दे कोल भी गल्लां करदी है सड़ी हुई, क्योंकि अंदर दा साड़ फिर जुबान थरी बाहर आउंदा है ना जी। कहंदे देखो गंगा रोज़ आनंद करदी, रोज़ मंगल खुशियां मनाउंदी है, ते नाले फिर उत्तों तो जिताउंदी भी है, क्यों ना होवे। श्री हर गोबिंद जिस शोभनंद, कि जिन्हां कोल श्री हर गोबिंद साहब वर्गा पुत्र होवे, फिर वो खुशियां मनाउण भी कौन ना। जब बड़ो होए सम भली सिंह, सब को निवाए संतोख सिंह। और कवि संतोख सिंह जी लिखते हैं कर्मों भी जानती है, क्योंकि बाबा बुढ़ा साहब के बचन सन वड्डा योद्धा होना, परोपकारी भी होएगा, वड्डा योद्धा भी होएगा। और कवि संतोख सिंह जी लिखते हैं कि जब बड़ो होए सम भली सिंह, ये कर्मों जानते जो ये वड्डा हो जाएगा तो शेर की वंगा बड़ी होएगा। इम रात दिन से करते विचार, पत साथ दुखत बाकण उचार। कहते इस तरह कर्मों दिन रात जिमें होर उन्होंने काम ही कोई नहीं, ध्यान होर किसी पासे लाउंदी नहीं, बस दिन रात ये सोच सोच के अंदरों दुखी होंदी रहिंदी, अंदरों ही अंदरों सड़ती रहिंदी है। और ये सड़े बड़े बोल फिर जो पति घर आउंदा है उनके नाल भी करती है।
किम नहीं चिंत चित मैं तुमार, दीर्घ शरीक नित है वो उधार। और अपने पति पृथ्वी ਨੂੰ हमेशा कहती है कि तेरे अंदर चिंता क्यों नहीं, तू दुखी क्यों नहीं ਹੁੰਦਾ। दुखी तो वो बड़ा पर अंदरों जिताਉਂਦਾ नहीं, अंदरों तो दुखी है कि तेरे अंदर चिंता क्यों नहीं। तेरा शरीर तेरे तो छोटा है तो तेरे तो किते वड्डा हो गया। एक पुत्र तिन्हु किम देहो खपाए, गुरता बहोर हमरे सुआए। कि अपने आप को पृथ्वी ਨੂੰ ਕਹਿੰਦੇ ਹੁੰਦੇ घर वाली, तू अपने आप को तो कहना कि दस्तार मैं बन्नी, गुरु मैं हाँ, मेरा बोलिया होया कदे झूठ नहीं हुंदा। तेरे तो इन्ना काम नहीं हुंदा कि छोटा जिहा बालक ਨੂੰ किते खपा दे। घट्टो घट तेरे कोल गुरता गद्दी नहीं आई, को तेरे पुत्र कोल ते आ जाए। और इन्हों हजे भी लगता है 2 हल्ले किते ने, और जग जाहर हो गए, सब नूं पता इन्हें करवाए ने कि शायद इन्हों मार के गुरता गद्दी फिर भी साडे कोल आ जाएगी। तुम रहे बैठ न है कर उपाय, एहो बड़ो काज मन नहीं ले आए। कर्मों कहते तू हुण चुपचाप हो के बैठ गया, तेरे तो एक काम नहीं होया, कोई उपाय नहीं करता कि एडा वड्डा काम है, ये इत्थे खाली बैठ के तो नहीं होना। यह बड़ो काज मन नहीं लिया, तू मन च लियाउंदा ही नहीं कि काम करना है। ज्यों क्यों बृतंत हमरो बतेत, निज पुत्र पुत्र क्या करहे रीत। क्योंकि चिंता तो अगे दी है ना, कहते जिमें किमें करके तू तो लुट खुट करके गुरु घर का बड़ा कुछ घर में जमा कर लिया है। साडी तो उम्र लंघ जाएगी, बतीत जाएगी, अगे साडे पुत्र होणगे, पुत्रे होणगे, उन्हां वास्ते की छड्ड के जावांगे। होए दरबहीन मंगत फिराहे, सिख दे न भेट नह लगे पाए। कहते वड्डे होणगे साडे पुत पुत्रे भीख मंगते फिरनगे, क्योंकि सिखां ने तो नेड़े नहीं लगन देना, उन्होंने तो भेटा नहीं ना देनी। जे गुरता गद्दी ना आई तो फिर भेटा किन्ने देनी है। तब अपन बड़न को खोट जान, मुरझाए चूर क्या कृत ठान। और कर्मों कहते फिर उदों पुत पुत्रे अपने वड्डियां दी तेरी खोट नूं जानणगे कि साडे वास्ते की करके गए। नाले दुखी होणगे, नाले फिर गाला कड्ढणगे, साडे लई की करके गए, किवें दा काम करके गए। अब तो उपाय जे करहे आप, अस जुगत ठान तैन पुत्र खाप। और कर्मों कहते हुण तो उपाय तू कर सकना, कोई ना कोई उपाय हो सकता है कि कोई इवें दी जुगती सोच है, कोई तरीका सोच है कि 3 पुत्र खाप उन्होंने दे पुत्र नूं किते न किते खपा दे। गुर ता बहोर हम बंस पाए, सब सिख दे धन लगे पाए। कर्मों कहते जे ये काम कर लवें तो गुरता गद्दी दोबारे साडे घर विच आ सकती है। फिर सारे सिख आके मत्था भी टेकणगे, रुपये पैसे भी देणगे, हाथ भी जोड़नगे। कर सके कछु तो बिल मटार, अस कर उपाय तिन पुत मार। हुण कर्मों लगातार अपने घर वाले नूं पृथ्वी नूं कहंदी रहिंदी, रोज़ ही कहंदी है कि हुण ते किसी तरह कोई ना कुछ करना, जे कुछ कर सकना फिर देर ना कर, इन्हां दे पुत्र नूं मार मुका। सब सुने पृथ्वी बचन कान, तब दे धीर तिस को बखान। हुण पृथ्वी ने कर्मों दी सारियां गल्लां सुनियां, बस कर्मों नूं चुप कराउण वाले अपने आप को तसल्ली देने वास्ते पृथ्वी ने फिर कुछ गल्लां कहियां। कहंदे मत करो चिंत न है जिए सोए, है बाल अल्प न है बड़ो होए। पृथ्वी कहता कि कर्मों चिंता ना कर, बहुता समय कोई नहीं जिंदा, हजे तो बच्चा ही किहड़ा वड्डा हो गया, बहुता लम्मा समा से जिउणी नहीं देना। ते निगस शीतला कर हे हान, मम बचन पता अब लेहु जान। और पृथ्वी कहते इनू शीतला निकलेगी। देखो शीतला पहलों कहा जाता सी, अज भी कहा जाता है, चेचक की बीमारी है।
ਇਹਨੂੰ ਸੀਤਲਾ ਨਿਕਲੇਗੀ। ਕਹਿੰਦੇ ਮਮ ਬਚਨ ਪਤਾ ਅਬ ਲਿਓ ਜਾਣ, ਮੇਰੀ ਗੱਲ ਪੱਕੀ ਹੈ, ਇਹ ਤੈਨੂੰ 1-2 ਦਿਨਾਂ 'ਚ ਮੈਂ ਵਿਖਾ ਵੀ ਦੇਣਾ ਹੈ। ਸੀਤਲਾ ਨਿਕਲੇਗੀ, ਸੀਤਲਾ ਨਹੀਂ ਮਾਰ ਮੁਕਾਉਣਾ ਹੈ। ਤਿਸ ਤੇ ਜੇ ਬਚੇ ਨਹਿ ਮ੍ਰਿਤੂ ਹੋਏ, ਤੋ ਮੈਂ ਉਪਾਵ ਅਸ ਕਰੂੰ ਕੋਏ। ਹੁਣ ਪ੍ਰਿਥਿਆ ਕਹਿੰਦਾ ਜੇ ਸੀਤਲਾ ਤੂੰ ਪਹਿਲੀ ਗੱਲ ਤੋਂ ਨੇ ਬਚਣਾ ਹੀ ਨਹੀਂ, ਜੇ ਇਹਦੇ ਨਾਲ ਹੀ ਮੌਤ ਹੋ ਗਈ ਤੇ ਤਾਂ ਠੀਕ ਹੈ। ਜੇ ਕਿਸੇ ਢੰਗ ਨਾਲ ਬਚ ਗਿਆ ਫਿਰ ਮੈਂ ਕੋਈ ਹੋਰ ਉਪਾਅ ਵੀ ਕਰਾਂਗਾ, ਪਰ ਹੁਣ ਮੇਰੀ ਗੱਲ ਪੱਕੀ ਜਾਣ ਕੇ ਸੀਤਲਾ ਨੂੰ ਨਿਕਲੇਗੀ ਤੇ ਸੀਤਲਾ ਨੇ ਖਤਮ ਕਰ ਦੇਣਾ ਹੈ। ਜਿਸ ਤੇ ਬਿਨਾਸ਼ ਸ੍ਰੀ ਹਰਗੋਬਿੰਦ, ਮਮ ਪੁੱਤਰ ਪੁੱਤਰ ਸਭ ਹੈ ਆਨੰਦ। ਕਿਉਂਕਿ ਬੋਲ ਇੰਨੇ ਸਖਤ ਨੇ ਕਿ ਜੋ ਕੁਝ ਬੋਲਦਾ ਉਸ ਦੇ ਬੋਲੇ ਵੀ ਨਹੀਂ ਜਾ ਸਕਦੇ। ਪ੍ਰਿਥਿਆ ਕਹਿੰਦਾ ਇਸ ਸੀਤਲਾ ਦੇ ਨਾਲ ਹਰਗੋਬਿੰਦ ਸਾਹਿਬ ਦਾ ਨਾਸ਼ ਹੋ ਜਾਣਾ ਹੈ, ਉਹਨਾਂ ਦੇ ਪੁੱਤਰ ਦੀ ਮੌਤ ਹੋ ਜਾਣੀ। ਫਿਰ ਤੇ ਆਨੰਦ ਵਿੱਚ, ਫਿਰ ਤੇ ਤੈਨੂੰ ਆਨੰਦ ਆਏਗਾ ਨਾ, ਫਿਰ ਤੇ ਖੁਸ਼ੀ ਮਿਲੇਗੀ ਨਾ। ਅਬ ਆਏ ਨਿਕਟ ਬਿਦ ਹੈ ਸੁਖੈਨ, ਇਸ ਹਤੋ ਰੇਤ ਕਰ ਜੇਨ ਕੇ ਨਾ। ਕਹਿੰਦੇ ਹੁਣ ਤੇ ਸਾਡੇ ਨੇੜੇ ਆ ਗਏ ਨੇ, ਹੁਣ ਤੇ ਸਾਡਾ ਵਸ ਜ਼ਿਆਦਾ ਚੱਲੇਗਾ ਨਾ, ਕਿਸੇ ਨਾ ਕਿਸੇ ਤਰੀਕੇ ਔਖੇ ਸੌਖੇ ਹੋ ਕੇ ਇਹਨੂੰ ਤਾਂ ਮੈਂ ਮਾਰ ਹੀ ਮੁਕਾਉਣਾ ਹੈ। ਕਰਮ ਸੁਣੰਤ ਬੋਲੀ ਸੋ ਬੈਣ, ਕਰਮ ਸੁਣੰਤ ਬੋਲੀ ਕੁ ਬੈਣ, ਤੁਮਰੋ ਬਚਨ ਬਰਕਤ ਸੋ ਹੈ ਨਾ। ਹੁਣ ਕਰਮ ਨੂੰ ਪਤਾ ਸੀ ਤੂੰ ਤੇ ਆਪਣੇ ਵੱਲੋਂ ਬਚਨ ਛੱਡ ਦੇਣਾ, ਬੜੀ ਵਾਰੀ ਛੱਡਣਾ, ਪਰ ਹਵਾ 'ਚ ਜਾਂਦੇ ਨੇ, ਕਿੱਥੇ ਸੱਚੇ ਹੁੰਦੇ ਨੇ, ਇਹਨਾਂ 'ਚ ਕਿੱਥੇ ਬਰਕਤਾਂ ਨੇ। ਜੇ ਤੇਰੇ ਕਿਆ ਕੁਝ ਹੁੰਦਾ ਫਿਰ ਤੈਨੂੰ ਲੋਕ ਆ ਕੇ ਪੂਜਦੇ ਨਾ। ਪਾਪ ਪ੍ਰਥਮ ਕੂਰ ਕਹਿ ਹੈ ਜ਼ਰੂਰ, ਮੈਂ ਸੁਣਤ ਜਾਹੇ ਕੀਏ ਹਰਖ ਪੂਰ। ਕਹਿੰਦੇ ਤੇਰੇ ਬੋਲ ਤੇਰੇ ਬਚਨ ਪਹਿਲੋਂ ਮੈਂ ਜ਼ਰੂਰ ਸੁਣਦੀ ਰਹੀ, ਸੁਣ ਕੇ ਖੁਸ਼ ਤੇ ਹੁੰਦੀ ਰਹੀ ਕਿ ਇਹਨੇ ਬੋਲ ਕਹਿ ਦਿੱਤੇ ਨੇ ਸੱਚ ਹੋ ਜਾਣਗੇ, ਪਰ ਹੁਣ ਤੇ ਮੈਨੂੰ ਭਰੋਸਾ ਹੋ ਗਿਆ ਨਾ। ਤੇ ਮੈਂ ਸੁਣਤ ਜਾਹੇ ਕਹੇ ਹਰਖ ਪੂਰ, ਝੂਠੇ ਬੋਲ ਸੁਣ ਕੇ ਖੁਸ਼ ਹੁੰਦੀ ਰਹੀ। ਪਤਾ ਤਾਂ ਹੋਣ ਲੱਗਿਆ ਕਿ ਹਰ ਥਾਂ ਤੇ ਤੂੰ ਬੋਲਣਾ ਹੀ ਝੂਠ ਹੈ, ਤੇਰੇ ਬੋਲ ਹੀ ਝੂਠੇ ਨੇ। ਤੁਮ ਘਟਤ ਜਾਤ ਐਸ਼ਚਰਜ ਮਾਹੇ, ਸੋ ਬ੍ਰਦੈ ਸਦਾ ਕੋ ਕਸ਼ਟ ਨਾਹੇ। ਕਰਮੋ ਕਹਿੰਦੇ ਤੂੰ ਐਸੋ ਅਵਰਜ ਦੇ ਵਿੱਚ, ਧਨ ਪਦਾਰਥ ਦੇ ਵਿੱਚ ਨਿਤ ਘਟਦੇ ਜਾਣਾ ਹੈ, ਕਿਉਂਕਿ ਨਾ ਤੇਰੇ ਕੋਲ ਗੱਲ ਪੂਰੀ ਹੁੰਦੀ, ਨਾ ਤੇਰੇ ਤੇ ਕੋਈ ਭਰੋਸਾ ਕਰਦਾ, ਨਾ ਤੇਰੇ ਕੋਲ ਧਨ ਰੁਪਈਆ ਪੈਸਾ ਆ ਰਿਹਾ ਹੈ। ਤੂੰ ਦਿਨੋਂ ਦਿਨ ਘਟਦਾ ਜਾਣਾ, ਉਹ ਦਿਨੋਂ ਦਿਨ ਵੱਧਦੇ ਜਾਂਦੇ ਨੇ। ਇਸ ਗੱਲ ਨੂੰ ਪਹਿਲੋਂ ਵਿਚਾਰ ਲਈ। ਹਿਮ ਸਦਾ ਕਰਤ ਦਪੰਤ ਵਿਚਾਰ, ਕਛ ਕਰੈ ਕਪਟ ਮਿਲ ਬਚ ਉਚਾਰ। ਕਹਿੰਦੇ ਇਸ ਤਰ੍ਹਾਂ ਦੋਵੇਂ ਦੰਪਤੀ ਮਿਲ ਕੇ ਇਹ ਗੱਲਾਂ ਬਾਤਾਂ ਨੀਤੀ ਐਵੇਂ ਦੀਆਂ ਕਰਦੇ ਸਨ ਜਿਨ੍ਹਾਂ ਦੇ ਅੰਦਰ ਹੋਵੇ ਖੋਟ। ਫਿਰ ਉਹਨਾਂ ਹਰ ਵੇਲੇ ਖੋਟ ਹੀ ਕਮਾਉਣਾ ਹੈ ਕਿ ਕੁਝ ਨਾ ਕੁਝ ਕਪਟ ਕਰੀਏ, ਕੁਝ ਨਾ ਕੁਝ ਵਿਚਾਰ ਕਰੀਏ। ਇਹ ਦੋਵੇਂ ਐਵੇਂ ਦੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ। ਨਿਤ ਚਿਤ ਕੋਟ ਕੇ ਮਹਿਵ ਅਨਰਥ, ਨਹਿ ਕਰਾਮਾਤ ਕੇ ਕੁਝ ਸਮਰੱਥ। ਪਰ ਹੁਣ ਪ੍ਰਿਥਵੀ ਵਿੱਚ ਕੋਈ ਕਰਾਮਾਤ ਵਾਲੀ ਤਾਂ ਗੱਲਬਾਤ ਹੈ ਨਹੀਂ ਨਾ, ਕਿਹੜੀ ਕੋਈ ਸਮਰੱਥ ਹੈ ਕਿ ਗੱਲ ਕਹਿ ਦਿੱਤੀ ਤਾਂ ਹੋ ਜਾਣੀ। ਪਰ ਇਵੇਂ ਦੇ ਖੋਟੇ ਬੋਲੇ ਬੋਲ ਕੇ ਖੋਟੀਆਂ ਵਿਚਾਰਾਂ ਸੋਚਦੇ ਜ਼ਰੂਰ ਨੇ, ਕਰਦੇ ਜ਼ਰੂਰ ਨੇ। ਇਤ ਅਰਜਨ ਗੁਰ ਸਰਲ ਹੈ ਸੁਭਾਏ, ਉਪਕਾਰ ਕਰਨ ਇੱਕ ਹਿਰਦੈ ਲੈ ਆਏ। ਤੇ ਦੂਜੇ ਪਾਸੇ ਇੱਧਰ ਧੰਨ ਗੁਰੂ ਅਰਜਨ ਦੇਵ ਜੀ ਨੇ, ਜਿਹੜੇ ਹਰ ਵੇਲੇ ਰਹਿੰਦੇ ਹੀ ਸਰਲ ਸੁਭਾਅ ਦੇ ਵਿੱਚ ਨੇ, ਜਿਹੜੇ ਆਪਣੇ ਹਿਰਦੇ ਵਿੱਚ ਹਰ ਵੇਲੇ ਸਭ ਦੇ ਪਰਉਪਕਾਰ ਹੀ ਕਰਦੇ ਨੇ, ਪਰਉਪਕਾਰ ਦੀ ਗੱਲਾਂ ਸੋਚਦੇ ਨੇ। ਲੋਕਨ ਅਨੇਕ ਕੇ ਕਰਤ ਸ਼ਰੇ, ਸਤਨਾਮ ਦੇਤ ਕਿਸ ਗਿਆਨ ਦੇ। ਧੰਨ ਗੁਰੂ ਅਰਜਨ ਦੇਵ ਜੀ ਅਨੇਕਾਂ ਹੀ ਲੋਕਾਂ ਦਾ ਭਲਾ ਕਰਦੇ ਨੇ। ਕਿਸੇ ਨੂੰ ਸਤਨਾਮ ਦਾ ਜਾਪ ਜਪਾ ਕੇ, ਕਿਸੇ ਨੂੰ ਗਿਆਨ ਦੇ ਕੇ ਉਹਨਾਂ ਦਾ ਭਲਾ ਕਰਦੇ ਨੇ। ਸ੍ਰੀ ਹਰਗੋਬਿੰਦ ਆਨੰਦ ਕੰਦ, ਖੇਲਤ ਬਿਰਤੰਤ ਜਿਮ ਦੂਜ ਚੰਦ। ਧੰਨ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਉਹ ਆਨੰਦ ਵਿੱਚ ਨੇ, ਉਹ ਖੇਡਦੇ ਨੇ, ਖੁਸ਼ ਰਹਿੰਦੇ ਨੇ, ਦਿਨੋਂ ਦਿਨ ਵੱਧਦੇ ਨੇ।
ਇਸ ਤਰ੍ਹਾਂ ਵੱਧਦੇ ਨੇ ਜਿਵੇਂ ਦੂਜ ਦਾ ਚੰਦ ਵੱਧਦਾ ਹੋਵੇ। ਮ੍ਰਿਦ ਬਚਨ ਤੋਤਲੇ ਮੁਖ ਕਹੰਤ, ਸੁਣ ਮਧੁਰ ਸਰੋਣ ਕੋ ਸੁਖ ਦਵੰਤ। ਹੁਣ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲਦੇ ਵੀ ਨੇ, ਔਰ ਬਾਲਕਾਂ ਦੀ ਬੋਲੀ ਬੋਲਦੇ ਨੇ। ਤੋਤਲਾ ਜਦੋਂ ਬੋਲਦੇ ਨੇ ਮਾਤਾ ਗੰਗਾ ਜੀ ਬੜੇ ਖੁਸ਼ ਹੁੰਦੇ ਨੇ, ਜਿਹੜੇ ਸੁਣਦੇ ਉਹਨਾਂ ਦੀ ਬੋਲੀ ਬੜੇ ਖੁਸ਼ ਹੁੰਦੇ ਨੇ। ਗੰਗਾ ਆਨੰਦ ਕਰਤੇ ਦਲਾਰ, ਕਰ ਸੰਗ ਲਾਏ ਸੁੰਗਤ ਲਿਲਾਰ। ਔਰ ਜਦੋਂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੁਝ ਵੀ ਬੋਲ ਜਾਣ ਤੋਤਲੇ ਦੀ ਆਵਾਜ਼ ਵਿੱਚ, ਮਾਤਾ ਗੰਗਾ ਜੀ ਬੜਾ ਪਿਆਰ ਲੁਟਾਉਂਦੇ ਨੇ, ਉਦੋਂ ਭੱਜ ਕੇ ਮੱਥਾ ਚੁੰਮਦੇ ਨੇ। ਸੁਣ ਬਾਕ ਤੋਤਰੇ ਤ੍ਰਿਪਤ ਹੈਵਨਾ, ਪੁੰਨ ਪੁੰਨ ਬੁਲਾਏ ਸੁੰਦਰ ਸੁਬੈਨ। ਔਰ ਇਸੇ ਤਰ੍ਹਾਂ ਹੁੰਦਾ ਜਦੋਂ ਬੱਚਾ ਕੋਈ ਗੱਲ ਪਹਿਲੀ ਵਾਰੀ ਬੋਲੇ, ਮਾਂ ਹੋਵੇ, ਕੋਈ ਭੈਣ ਭਰਾ ਹੋਵੇ, ਪਿਓ ਹੋਵੇ, ਕੋਈ ਸੁਣਦਾ ਹੋਵੇ, ਉਹ ਫਿਰ ਦੁਬਾਰੇ ਕਹਿੰਦੇ ਨੇ ਕਿ ਬੇਟਾ ਦੁਬਾਰੇ ਕਹੀ। ਕਹਿੰਦੇ ਮਾਤਾ ਗੰਗਾ ਜੀ ਇੰਨੇ ਖੁਸ਼ ਹੁੰਦੇ ਨੇ, ਤੋਤਲੀ ਬੋਲੀ ਵਿੱਚ ਕੁਝ ਬੋਲਦੇ ਨੇ ਨਾ, ਫਿਰ ਦੁਬਾਰੇ ਬੁਲਾਉਂਦੇ ਨੇ ਕਿ ਇੱਕ ਵਾਰੀ ਫਿਰ ਕਹੇ। ਮੁਖ ਚੰਦ ਦੇਖ ਕਰ ਨਹ ਲੰਗ ਅਘਾਏ, ਪਿਤ ਨਿਕਟ ਗਏ ਚਿਤ ਅਕੁਲਾਏ। ਕਹਿੰਦੇ ਚੰਦ ਵਰਗਾ ਮੁਖੜਾ ਵੇਖ ਕੇ ਮਾਤਾ ਗੰਗਾ ਜੀ ਦੇ ਤ੍ਰਿਪਤ ਨਹੀਂ ਹੁੰਦੇ, ਰੱਜਦੇ ਹੀ ਨਹੀਂ। ਕਦੇ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪਿਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੱਚੇ ਕੋਲ ਚਲੇ ਜਾਂਦੇ ਨੇ। ਬਹੁ ਬਾਰ ਪਠਾਵਤ ਨਿਕਟ ਦਾਸ, ਸੁਧ ਸੁਣਤ ਪੁਨਹ ਪੁਨ ਲਿਆਏ ਪਾਸ। ਔਰ ਜਦੋਂ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਦੇ ਕੋਲ ਜਾਂਦੇ ਨੇ, ਬਸ ਥੋੜ੍ਹਾ ਹੀ ਸਮਾਂ ਲੱਗਦਾ ਹੈ, ਕਹਿੰਦੇ ਮਾਤਾ ਗੰਗਾ ਜੀ ਫਿਰ ਦਾਸ ਨੂੰ ਭੇਜਦੇ ਨੇ, ਬਾਰ ਭੇਜਦੇ ਨੇ ਕਿ ਧਿਆਨ ਰੱਖੀ ਉਹਨਾਂ ਕੋਲ ਨੇ, ਕਿ ਉਹਨਾਂ ਦੇ ਕੋਲੋਂ ਫਿਰ ਵਾਪਸ ਲੈ ਕੇ ਆਉਂਦੇ ਨੇ। ਜਿਮ ਤੇਨ ਵਸਤ ਲਘੂ ਨਹਿ ਤਜੰਤ, ਤਿਮ ਮਹਾਪ੍ਰੀਤ ਦਿਨ ਦਿਨ ਬਰਤੰਤ। ਉਰੇ ਹਰ ਮਾਂ ਦੇ ਸੁਭਾਅ ਹੈ ਕਿ ਧੀ ਹੋਵੇ, ਪੁੱਤਰ ਹੋਵੇ, ਮਮਤਾ ਹੈ, ਫਿਰ ਧਿਆਨ ਰੱਖਦੇ ਨੇ ਕਿ ਪਰ ਮਾਤਾ ਗੰਗਾ ਜੀ ਕਹਿੰਦੇ ਨੇ ਇੰਨੀ ਪ੍ਰੀਤ ਕਰਦੇ ਨੇ, ਉਹ ਦਿਨ ਰਾਤ ਆਪਣੇ ਪੁੱਤਰ ਤੋਂ ਦੂਰ ਹੋਣਾ ਹੀ ਨਹੀਂ ਚਾਹੁੰਦੇ। ਤਜ ਬਾਤ ਗੋਦ ਕੋ ਨਿਕਸ ਤਾਏ, ਤਬ ਅਲੰਕਾਰ ਮ੍ਰਿਦ ਧੁਨ ਉਠਾਏ। ਕਹਿੰਦੇ ਜਦੋਂ ਧੰਨ ਹਰਗੋਬਿੰਦ ਸਾਹਿਬ ਜੀ ਆਪਣੇ ਮਾਤਾ ਜੀ ਦੇ ਗੋਦ ਨੂੰ ਛੱਡ ਕੇ ਫਿਰ ਭੱਜਦੇ ਨੇ, ਤੇ ਫਿਰ ਪਾਏ ਹੋਏ ਜਿਹੜੇ ਗਹਿਣੇ ਨੇ, ਪੈਰਾਂ ਵਿੱਚ ਝਾਂਜਰਾਂ ਨੇ, ਹੱਥਾਂ 'ਚ ਕੜੇ ਪਾਏ ਹੋਏ ਨੇ, ਜਦੋਂ ਉਹ ਆਵਾਜ਼ ਕਰਦੇ ਨੇ, ਧੁਨ ਕਰਦੇ ਨੇ, ਤੇ ਕਹਿੰਦੇ ਉਹ ਧੁਨ ਪੱਗ ਨੂਪਰ ਪੋ ਪਰ ਚਲਤ ਬਾਜ, ਕਟ ਕਿੰਕਨ ਕੰਚਨ ਬਰ ਬਿਰਾਜ। ਤੇ ਉਹ ਜਿਹੜੇ ਪਾਏ ਹੋਏ ਘੁੰਗਰੂ ਜਦੋਂ ਖੜਕਦੇ ਨੇ, ਝਾਂਜਰਾਂ ਖੜਕਦੀਆਂ ਨੇ, ਤੜਾਗੀ ਵਿੱਚ ਬੰਨ੍ਹੇ ਹੋਏ ਘੁੰਗਰੂ ਖੜਕਦੇ ਨੇ, ਉਹਨਾਂ ਨੂੰ ਸੁਣ ਕੇ ਮਾਤਾ ਗੰਗਾ ਜੀ ਹੋਰ ਆਨੰਦਿਤ ਹੁੰਦੇ ਨੇ। ਸੁਖਮ ਸੁਚੇਰ ਗਰ ਪੀਤ ਰੰਗ, ਗੋਟਾ ਸੁਲਾਗ ਸਭ ਕੋਰ ਸੰਗ। ਕਹਿੰਦੇ ਧੰਨ ਹਰਗੋਬਿੰਦ ਸਾਹਿਬ ਜੀ ਕਦੇ ਉਹਨਾਂ ਦੇ ਗਲ ਵਿੱਚ ਪੀਲੇ ਰੰਗ ਦੇ ਸੋਹਣੇ ਕੱਪੜੇ ਪਾਉਂਦੇ ਨੇ, ਕੱਪੜਿਆਂ ਨੂੰ ਗੋਟੇ ਲਾ ਕੇ ਪਾਉਂਦੇ ਨੇ। ਚਮਕੇ ਸੁਫੂਲ ਤਿਸ ਕੇ ਬਣਾਏ, ਘਰ ਕੰਧ ਜੁਗਲ ਪਰ ਬਹੁ ਸੁਹਾਇ। ਔਰ ਬੱਚਿਆਂ ਨੂੰ ਜਿਵੇਂ ਸੋਹਣਾ ਤੋਂ ਸੋਹਣਾ ਸਜਾਇਆ ਜਾ ਸਕਦਾ ਹੈ, ਕਹਿੰਦੇ ਮਾਤਾ ਗੰਗਾ ਜੀ ਹਰ ਤਰੀਕੇ ਦੇ ਨਾਲ ਸਜਾਉਂਦੇ ਨੇ। ਮਦਰ ਸੁ ਬੋਲ ਕ੍ਰੀੜਾ ਕਰੰਤ, ਜੋ ਕਰੇ ਦਰਸ ਔਰ ਮੁੱਦ ਤਰੰਤ। ਔਰ ਬਾਲ ਲੀਲਾ ਜਦੋਂ ਗੁਰੂ ਸਾਹਿਬ ਜੀ ਕ੍ਰੀੜਾ ਕਰਦੇ ਨੇ, ਕਹਿੰਦੇ ਮਿੱਠੇ ਜਦੋਂ ਬੋਲਦੇ ਨੇ, ਜਿਹੜਾ ਵੀ ਉਹਨਾਂ ਦੇ ਦਰਸ਼ਨ ਕਰਦਾ ਬੋਲ ਸੁਣਦਾ ਹੈ, ਬਸ ਉਹ ਜਿਵੇਂ ਕੀਲੇ ਜਾਂਦੇ। ਇੰਨਾ ਪਰ ਸਾਨੂੰ ਹੁੰਦਾ ਕਿ ਹਰਗੋਬਿੰਦ ਸਾਹਿਬ ਜੀ ਨੂੰ ਵੇਖਦੇ ਰਹਿੰਦੇ ਨੇ, ਦਰਸ਼ਨ ਕਰਦੇ ਰਹਿੰਦੇ ਨੇ। ਤਨ ਗੌਰ ਰੰਗ ਲੋਚਨ ਵਿਸ਼ਾਲ, ਅਰਬਿੰਦ ਪਾਂਖਰੇ ਸੇਤ ਲਾਲ। ਔਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੰਗਾ ਜੀ ਇਸੇ ਤਰ੍ਹਾਂ ਉਹਨਾਂ ਨੂੰ ਸਜਾਉਂਦੇ ਨੇ। ਧੰਨ ਹਰਗੋਬਿੰਦ ਸਾਹਿਬ ਜੀ ਜਿਹੜੇ ਨੈਣ ਨੇ, ਅੱਖਾਂ ਨੇ, ਉਹ ਮੋਟੀਆਂ ਨੇ। ਤੇ ਇੱਥੇ ਉਦਾਹਰਨ ਦਿੱਤੀ ਜਿਵੇਂ ਕੌਲ ਦੇ ਫੁੱਲ ਪੱਤੀਆਂ ਖਿਲਦੀਆਂ ਨੇ ਨਾ, ਖੁੱਲ੍ਹਦੀਆਂ ਨੇ, ਉਹਨਾਂ ਪੱਤੀਆਂ ਵਾਂਗੇ ਚੌੜੇ ਵੱਡੇ ਉਹਨਾਂ ਦੇ ਨੇਤਰ ਨੇ।
पूज्य हैं प्रलंब कंधे उतंग, बारिश मेल अंगरे नख सुरंग। पुज कहते बाਹਾਂ ਜਿਹੜੀਆਂ ਨੇ ਉਹ ਲੰਬੀਆਂ ਲੰਬੀਆਂ ਨੇ, ਮੋਢੇ ਜਿਹੜੇ ਨੇ ਉਹ ਥੱਲੇ ਨੂੰ ਡਿੱਗੇ ਹੋਏ ਨਹੀਂ, ਮੋਢੇ ਉੱਚੇ ਰਹਿੰਦੇ ਨੇ। ਬਾਰਿਸ਼ ਮਿਲ ਆਂਗਰੇ ਨਖ ਸੁਰੰਗ, ਲੰਮੀਆਂ ਲੰਮੀਆਂ ਉਹਨਾਂ ਦੀ ਉਂਗਲਾਂ ਨੇ। ਔਰ ਜਿਹੜੇ ਨਹੁੰ ਨੇ ਕਹਿੰਦੇ ਉਹ ਬੜੇ ਸੋਹਣੇ ਲੱਗਦੇ ਨੇ, ਉਂਗਲੀਆਂ ਵੱਡੀਆਂ ਲੰਬੀਆਂ ਹੋਣ ਕਰਕੇ ਉਹਨਾਂ ਦੇ ਉੱਤੇ ਨਹੁੰ ਬੜੇ ਜੱਚਦੇ ਨੇ। ਮੁਖ ਮੰਡਲ ਪਰ ਕੁੰਡਲ ਡੁਲੰਤ, ਸੁੰਦਰ ਸੁਕੇਸ ਮੇਚਕ ਸੁਬੰਤ। ਕਿਉਂਕਿ ਉਹ ਉਮਰ ਇੱਕ ਐਸੀ ਹੈ ਕਿ ਨਾ ਤਾਂ ਪੂਰੀ ਤਰ੍ਹਾਂ ਜੂੜਾ ਹੁੰਦਾ ਹੈ ਔਰ ਨਾ ਹੀ ਪੂਰੀ ਤਰ੍ਹਾਂ ਵਾਲ ਜਿਹੜੇ ਨੇ ਉਹ ਲੰਬੇ ਹੁੰਦੇ ਨੇ। ਉਹ ਕੁੰਡਲ ਜੇ ਬਣੇ ਹੋਏ ਜਦੋਂ ਗੱਲਾਂ 'ਤੇ ਹੁੰਦੇ ਨੇ ਨਾ, ਤੇ ਕਵੀ ਸੰਤੋਖ ਸਿੰਘ ਲਿਖਦੇ ਨੇ ਮਾਤਾ ਨੂੰ ਵੇਖ ਕੇ ਬੜੇ ਪ੍ਰਸੰਨ ਹੁੰਦੇ ਨੇ। ਨਿਤ ਪ੍ਰਤ ਨਵੀਨ ਇਮ ਹੈਵ ਆਨੰਦ, ਬਿਤ ਗਏ ਦਿਓਸ ਤਨ ਹੈਵ ਬਿਲੰਦ। ਇਸੇ ਤਰ੍ਹਾਂ ਨਿਤ ਕ੍ਰੀੜਾ ਕਰਦਿਆਂ, ਬਾਲ ਲੀਲਾ ਕਰਦਿਆਂ ਕਈ ਦਿਨ ਬੀਤ ਗਏ। ਸਰੀਰ ਜਿਹੜਾ ਸੀ ਉਹ ਸੋਹਣਾ ਜਵਾਨ ਹੋ ਗਿਆ, ਉੱਚਾ ਹੋਇਆ ਹੈ। ਜਬ ਭਏ ਬਰਖ ਪੰਚੈ ਬਤੀਤ, ਕ੍ਰੀੜਤ ਵਿਸਾਲ ਹਰਖਵੰਤ ਚੇਤ। ਇਸੇ ਤਰ੍ਹਾਂ ਦਿਨ ਬਤੀਤ ਹੁੰਦਿਆਂ ਹੋਇਆਂ 2 ਸਾਲ ਹੋਰ ਲੰਘ ਗਏ। ਧੰਨ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ 5 ਸਾਲ ਦੇ ਹੋ ਗਏ। ਇੱਕ ਦਿਨ ਚੜਿਓ ਸੋ ਜਵਾਰ ਹਰ ਗੋਬਿੰਦ, ਤਬ ਰਹੇ ਪੌੜ ਚਿਤ ਮਾਤ ਚਿੰਤ। ਕਹਿੰਦੇ ਇੱਕ ਦਿਨ ਹਰਗੋਬਿੰਦ ਸਾਹਿਬ ਜੀ ਨੂੰ ਕੁਝ ਬੁਖਾਰ ਚੜਿਆ, ਤੂੰ ਅੱਜ ਖੇਡੇ ਨਹੀਂ, ਸਾਰਾ ਦਿਨ ਜਿਹੜੇ ਲੰਮੇ ਪਏ ਰਹੇ। ਇਹ ਵੇਖ ਕੇ ਮਾਤਾ ਗੰਗਾ ਜੀ ਬੜੀ ਚਿੰਤਾ ਵਿੱਚ ਨੇ। ਪੁੰਨ ਦਿਵਸ ਤੀਸਰੇ ਪੇ ਦਿਖਾਏ, ਜਹ ਨਾਮ ਸੀਤਲਾ ਜਗਤ ਗਾਏ। ਤੇ ਦੂਸਰੇ ਦਿਨ ਵੀ ਜਦੋਂ ਗੁਰੂ ਸਾਹਿਬ ਜੀ ਨਹੀਂ ਉੱਠੇ, ਤੀਸਰੇ ਦਿਨ ਉਹ ਨਿਸ਼ਾਨੀਆਂ ਸਰੀਰ ਦੇ ਉੱਤੇ ਨਜ਼ਰ ਆਉਣ ਲੱਗ ਗਈਆਂ। ਕਹਿੰਦੇ ਉਹ ਬਿਮਾਰੀ ਹੈ ਜਿਹੜੀ ਚੇਚਕ ਦੀ ਹੈ, ਜਿਹਨੂੰ ਜਿਹੇ ਨਾਮ ਸੀਤਲਾ ਜਗ ਗਾਏ। ਜਗਤ ਦੇ ਲੋਕ ਸੀਤਲਾ ਕਹਿੰਦੇ ਸਨ, ਅੱਜ ਵੀ ਕਹਿੰਦੇ ਨੇ। ਕਹਿੰਦੇ ਮਾਤਾ ਨਿਕਲ ਆਈ, ਸੀਤਲਾ ਮਾਤਾ, ਵੀ ਉਹ ਫੋੜੇ ਬਣ ਕੇ ਨਿਕਲਣੀ ਸੀ। ਇਹ ਚੇਤਕ ਦੀ ਬਿਮਾਰੀ ਉਦੋਂ ਤੋਂ ਚੱਲਦੀ ਹੁੰਦੀ ਸੀ ਕਿ ਸੀਤਲਾ ਨਿਕਲ ਆਈ, ਮਾਤਾ ਨਿਕਲ ਆਈ ਜੀ, ਝਾੜਾ ਕਰਾਓ। ਇਹ ਕੋਈ ਮਾਤਾ ਨਹੀਂ, ਇਹ ਬਿਮਾਰੀ ਹੈ ਚੇਚਕ ਦੀ ਬਿਮਾਰੀ। ਔਰ ਚੇਚਕ ਦਾ ਹੁਣ ਤੇ ਟੀਕਾ ਵੀ ਬਣ ਗਿਆ ਔਰ ਬਿਮਾਰੀ ਵੀ ਐਸੀ ਹੈ। ਔਰ ਕਈ ਥਾਵਾਂ 'ਤੇ ਇਹ ਜਮਾਕ ਵੀ ਦੇਖਿਆ ਗਿਆ। ਇਹਦੇ ਜਿੰਨੇ ਮਰਜ਼ੀ ਟੀਕੇ ਲਵਾ ਲਓ, ਇਲਾਜ ਕਰਾ ਲਓ, ਇੱਕ ਵਾਰੀ ਨਿਕਲ ਆਏ, ਇਹਨੇ 5-6 ਦਿਨ ਆਪਣੀ ਖੇਡ ਖੇਡਣੀ ਹੈ। ਬਸ ਥੋੜ੍ਹਾ ਜਿਹਾ ਪਰਹੇਜ਼ ਹੈ, ਰੱਖ ਲਓ, 5ਵੇਂ-6ਵੇਂ ਦਿਨ ਬਾਅਦ ਆਪਣੇ ਆਪ ਹੀ ਮੋੜਾ ਪੈਂਦਾ ਹੈ। ਕਹਿੰਦੇ ਉਹ ਬੁਖਾਰ ਨਿਕਲੇ, ਤੀਸਰੇ ਦਿਨ ਜਿਹੜੇ ਚੇਚਕ ਦੇ ਨਿਸ਼ਾਨੇ ਕਿ ਦਾਣੇ ਜੀ ਉਹ ਨਿਕਲੇ, ਉਹ ਦਿਸਣ ਲੱਗ ਗਏ। ਬਹੁ ਸਗਨ ਨਿਕਸ ਵਿਸਫੋਟ ਬਰਿੰਦ, ਕੋ ਦਿਖਤ ਛੋਟ ਕੋ ਹੈਵ ਬਿਲੰਦ। ਕਹਿੰਦੇ ਉਹ ਜਿਹੜੇ ਫਿਣਸੇ ਜੀਆਂ ਫੋੜੇ 'ਚ ਪਾਣੀ ਨਾਲ ਭਰ ਗਏ, ਕੋਈ ਵੱਡਾ ਕੋਈ ਛੋਟਾ ਦਿਖਾਈ ਦੇ ਰਿਹਾ। ਇੱਕ ਬਾਰ ਸਰਬ ਪਾ ਤਨ ਸੁਲਾਲ, ਨਹਿ ਸ਼ੂਸ਼ ਥਾਨ ਕਿੰਨੇ ਬਿਹਾਲ। ਇੱਕ ਵਾਰੀ ਤੇ ਸਰੀਰ ਸਾਰਾ ਦਾਣੇ ਨਾਲ ਭਰ ਗਿਆ, ਲਾਲ ਹੋ ਗਿਆ। ਕੋਈ ਥਾਂ ਐਸੀ ਨਹੀਂ ਸੀ ਕਿ ਜਿੱਥੇ ਉਹ ਫੋੜਾ ਜਾਂ ਉਹ ਦਾਣਾ ਜਾਂ ਨਾ ਨਿਕਲਿਆ ਹੋਵੇ। ਪੌੜੇ ਪ੍ਰਿਅੰਕ ਪਰ ਦਿਵਸ ਰਾਤ, ਵਿਸਫੋਟ ਸਗਨ ਤੇ ਸੋ ਜਗਾਤ। ਧੰਨ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਹੁਣ ਦਿਨ ਰਾਤ ਮੰਜੇ 'ਤੇ ਰਹਿੰਦੇ ਨੇ, ਕਿ ਉਸੇ ਇਸ ਬਿਮਾਰੀ ਬਾਰੇ ਆਪ ਜੀ ਜਾਣਦੇ ਵੀ ਹੋ। ਨਿਕਲੇ ਫਿਰ ਡਾਕਟਰ ਵੀ ਕਹਿੰਦੇ ਨੇ ਬਹੁਤਾ ਇਲਾਜ ਕੋਈ ਨਹੀਂ ਭਾਈ, ਜਿੰਨੇ ਦਿਨ ਹੈ ਇੱਕ ਤਾਂ ਪਾਣੀ ਤੋਂ ਦੂਰ ਰਹਿਣਾ ਹੈ। ਕਿਉਂਕਿ ਜੇ ਇਸ਼ਨਾਨ ਕਰੋਗੇ, ਨਹਾਓਗੇ, ਬਿਮਾਰੀ ਐਸੀ ਹੈ, ਚਮੜੀ ਦਾ ਰੋਗ ਹੈ, ਅੱਗੇ ਤੱਕ ਹੋਰ ਫੈਲੇਗਾ। ਹਵਾ ਲੱਗੇਗੀ, ਉਹਦੇ ਨਾਲ ਹੋਰ ਫੈਲੇਗਾ। ਕਿਸੇ ਦੇ ਨਾਲ ਕੱਪੜਾ ਸਾਂਝਾ ਨਹੀਂ ਕਰਨਾ, ਕੱਪੜੇ ਅੱਡ ਰੱਖਣੇ ਨੇ। ਇਹ ਪਰਹੇਜ਼ ਹੁੰਦੇ ਨੇ ਨਾ ਜੀ। ਅੰਦਰ ਰਹਿੰਦੇ ਨੇ, ਦਿਨ ਰਾਤ ਮੰਜੇ 'ਤੇ ਰਹਿੰਦੇ ਨੇ। ਔਰ ਉਹ ਜਦੋਂ ਫਿੰਸੀਆਂ ਫੋੜੇ ਜਦੋਂ ਭਰ ਕੇ ਫਿਰ ਟੁੱਟਦੇ ਨੇ, ਇਹਦੇ ਨਾਲ ਜਿਹੜੀ ਸੋਜਗਾਤ, ਕੁਝ ਨਾ ਕੁਝ ਸੋਚ ਜਿਹੜੀ ਉਹ ਵੀ ਨਜ਼ਰ ਆਉਂਦੀ ਹੈ। ਕਰ ਚਰਨ ਤਰਵ ਪਰ ਜਿਹੇ ਮਾਹੇ, ਸਗਣੇ ਕਣੇ ਸੋ ਖਰ ਚੁੰਚ ਜਾਹੇ।
ਹੁਣ ਕਹਿੰਦੇ ਨੇ ਇਹ ਜਿਹੜੀਆਂ ਫਿਣਸੀਆਂ ਨੇ ਇਹ ਨਿਕਲੀਆਂ ਇੰਨੀਆਂ ਨੇ, ਸਾਰੀਆਂ ਹੈ ਸੰਘਣੀਆਂ ਕਿ ਮਾੜਾ ਜਿਹਾ ਕਿਤੇ ਬਿਸਤਰ ਤੇ ਪਏ ਹੋਏ, ਭਾਵੇਂ ਗੱਦੇ ਪੋਲੇ ਨੇ, ਪੋਲੇ ਪੋਲੇ ਉੱਤੇ ਗੱਦੇ ਵਿਛਾਏ ਹੋਏ ਨੇ, ਪਰ ਤਿੱਖੀਆਂ ਨੇ, ਮਾੜਾ ਜਿਹਾ ਵੀ ਹਿੱਲਦੇ ਨੇ ਉਹ ਦੁਖਦੀਆਂ ਵੀ ਨੇ। ਲੋਚਣ ਤੋਂ ਵੇਚ ਮੇਚੇ ਗਏ ਸੋ ਉਗਰੰਤ ਨਹੀਂ ਦਿਖਤ ਨਾ ਲੇਸ਼। ਹੁਣ ਇਹ ਜਿਹੜੀਆਂ ਫਿਣਸੀਆਂ ਨੇ ਦੋਵਾਂ ਨੇਤਰਾਂ ਦੇ ਉੱਤੇ ਵੀ ਨਿਕਲ ਆਈਆਂ, ਅੱਖਾਂ ਦੇ ਉੱਤੇ, ਪਲਕਾਂ ਦੇ ਉੱਤੇ ਨੇ, ਜਿਸ ਕਰਕੇ ਨੇਤਰ ਖੁੱਲ੍ਹਦੇ ਨਹੀਂ, ਖੋਲੇ ਨਹੀਂ ਜਾਂਦੇ, ਥੋੜ੍ਹੇ ਜਿਹੇ ਵੀ ਨਹੀਂ ਖੁੱਲ੍ਹਦੇ। ਰਹਿ ਬੈਠ ਨਿਕਟ ਤਜ ਧੀਰ ਗੰਗ ਬਹੁ ਬਾਰ ਪੁੱਤਰ ਕੇ ਦਿਖਤੇ ਅੰਗ। ਔਰ ਮਾਤਾ ਗੰਗਾ ਜੀ ਹਰ ਵੇਲੇ ਆਪਣੇ ਪੁੱਤਰ ਹਰਗੋਬਿੰਦ ਸਾਹਿਬ ਜੀ ਦੇ ਕੋਲ ਹੀ ਬੈਠੇ ਰਹਿੰਦੇ ਨੇ, ਬਹੁਤ ਵਾਰ ਵੇਖਦੇ ਨੇ, ਅੰਗਾਂ ਨੂੰ ਵੇਖਦੇ ਨੇ। ਚਿੰਤਾ ਇਸ ਗੱਲ ਦੀ ਵੀ ਹੈ ਕਿ ਅੱਖਾਂ ਦੇ ਉੱਤੇ ਹੋ ਗਿਆ ਇਹਦਾ ਅਸਰ। ਕਈ ਵਾਰੀ ਹੁੰਦਾ ਵੀ ਕਿ ਅੱਖਾਂ 'ਤੇ ਪੈ ਜਾਏ, ਕਿ ਜੇ ਅੱਖਾਂ ਦੇ ਉੱਤੇ ਪੁਤਲੀਆਂ ਦੇ ਉੱਤੇ ਨਿਕਲ ਆਏ ਨੇ, ਇਹ ਪਲਕਾਂ ਦੇ ਉੱਤੇ ਨੇ, ਹੋ ਸਕਦਾ ਕਿਤੇ ਕੋਈ ਨੁਕਸਾਨ ਹੀ ਨਾ ਕਰਨ। ਜਿੰਬ ਹੋਵੇ ਸਾਗਰ ਮੈਂ ਜਹਾਜ਼ ਕਿਹ ਲਾਦ ਲੈਣ ਸਭ ਕਰ ਸਮਾਜ। ਹੁਣ ਕਹਿੰਦੇ ਨੇ ਸਰੀਰ ਇਸ ਤਰ੍ਹਾਂ ਹੈ, ਉਹ ਫਿਣਸੀਆਂ ਐਵੇਂ ਭਰੀਆਂ ਹੋਈਆਂ ਨੇ ਕਿ ਜਿਵੇਂ ਜਹਾਜ਼ ਕੋਈ ਸਾਗਰ ਦੇ ਵਿੱਚ ਹੋਏ, ਬੇੜਾ ਹੋਵੇ, ਅਤੇ ਕਿਸੇ ਨੇ ਸਾਰਾ ਸਮਾਨ ਉੱਤੇ ਲੱਦ ਲਿਆ ਹੋਵੇ, ਪੂਰਾ ਜਹਾਜ਼ ਭਰਿਆ ਹੋਵੇ। ਉਦਾਹਰਣ ਦਿੰਦੇ ਨੇ ਕਿ ਇਸ ਤਰ੍ਹਾਂ ਸਰੀਰ ਜਿਹੜਾ ਹੈ ਉਹਨਾਂ ਫੋੜਿਆਂ ਅਤੇ ਫਿਣਸੀਆਂ ਨਾਲ ਭਰ ਗਿਆ। ਬਹਿ ਪਾਇਓ ਕੁਫੇਰੇ ਹੇਰ ਤਾਹੇ ਇੱਕ ਪ੍ਰਭੂ ਆਸ ਤਿਮ ਚਿੰਤ ਮਾਹੇ। ਹੁਣ ਕਹਿੰਦੇ ਉਦੋਂ ਇਹ ਸੰਘਣੀਆਂ ਹੋਈਆਂ ਨਿਕਲੀਆਂ ਫਿਣਸੀਆਂ ਨੂੰ ਵੇਖ ਕੇ, ਜਿੱਥੇ ਮਾਤਾ ਜੀ ਦੁਖੀ ਵੀ ਹੁੰਦੇ ਨੇ, ਉੱਥੇ ਕੇਵਲ ਇੱਕ ਤੇ ਇੱਕ ਉਸ ਪ੍ਰਭੂ ਪਰਮੇਸ਼ਰ 'ਤੇ ਆਸ ਰੱਖਦੇ ਨੇ ਕਿ ਪਰਮੇਸ਼ਰ ਗੁਰੂ ਸਾਹਿਬ ਆਪੇ ਨੂੰ ਠੀਕ ਕਰਨਗੇ। ਥੋੜ੍ਹਾ ਜਿਹਾ ਪ੍ਰਸੰਗ ਹੈ, ਬਾਕੀ ਉਹ ਆਪਾਂ ਕੱਲ੍ਹ ਸਾਂਝਾ ਕਰ ਲਾਂਗੇ, ਸਮੇਂ ਦੀ ਸਮਾਪਤੀ ਹੈ। ਇਤਨੀ ਬੇਨਤੀ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਦੀ ਖਿਮਾ ਜੀ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ